ਵਾਹਿਗੁਰੂ जी का खालसा वाहिगुरू जी की फतेह। ਅੱਜ ਆਪ ਜੀ ਦੇ ਨਾਲ ਖਾੜਕੂ ਸੰਘਰਸ਼ ਦੇ ਦੌਰਾਨ ਦੀਆਂ ਦੋ ਬਹੁਤ ਹੀ ਅਨੋਖੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਕਿ ਭਾਈ ਦਲਜੀਤ ਸਿੰਘ ਜੀ ਨੇ ਬਿਆਨ ਕੀਤੀਆਂ ਨੇ। ਭਾਈ ਸਾਹਿਬ ਜੀ ਲਿਖਦੇ ਨੇ, ਸ਼ੁਕਰਾਨੇ ਵਾਲਾ ਸਿੰਘ ਦੇ ਲਿਖਦੇ ਹੇਠ ਬਹੁਤ ਸਾਦਾ ਜਿਹਾ ਦਿਸਣ ਵਾਲਾ ਇਹ ਸਿੰਘ ਬਿਆਸ ਦਰਿਆ ਦੇ ਕੰਢੇ ਮਾਝੇ ਦੀ ਧਰਤੀ ਉੱਤੇ ਇੱਕ ਪਿੰਡ ਦੇ ਬਾਹਰਵਾਰ ਸ਼ਹੀਦਾਂ ਦੀ ਯਾਦ ਦੇ ਵਿੱਚ ਪੁਰਾਣੇ ਬੇੜਿਆਂ ਤੋਂ ਬਣੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦਾ ਸੀ। ਉਹਦੀ ਉਮਰ ਕੋਈ 40 ਸਾਲ ਹੋਣੀ ਹੈ। ਉਹਦਾ ਕੱਦ ਮਧਰਾ ਅਤੇ ਰੰਗ ਪੱਕਾ ਜਿਹਾ ਸੀ। ਉਹਦੇ ਮਜ਼ਬੂਤ ਸਰੀਰ ਉੱਤੇ ਸਦਾ ਹੀ ਖੱਦਰ ਦਾ ਚੋੜਾ ਪਾਇਆ ਹੁੰਦਾ ਸੀ। ਇਹ ਸਿੰਘ ਛੋਟੇ ਹੁੰਦਿਆਂ ਤੋਂ ਹੀ ਇਸੇ ਹੀ ਗੁਰਦੁਆਰੇ ਦੀ ਸੇਵਾ ਕਰਦਾ ਸੀ। ਇਸ ਥਾਂ ਦੀ ਇਲਾਕੇ ਦੇ ਵਿੱਚ ਬਹੁਤ ਮਾਨਤਾ ਸੀ। ਲੋਕ ਸੁੱਖਾਂ ਆਉਂਦੇ ਸਨ ਅਤੇ ਅਰਦਾਸਾਂ ਕਰਵਾਉਂਦੇ ਸਨ। ਇੱਥੇ ਚੜਾਵਾ ਵੀ ਕਾਫੀ ਚੜ੍ਹਦਾ ਸੀ। ਆਪਣੇ ਤੋਂ ਪਹਿਲੇ ਗੁਰੂ ਘਰ ਦੇ ਸੇਵਾਦਾਰਾਂ ਵਾਂਗ ਇਹ ਸਿੰਘ ਵੀ ਸਾਰਾ ਪੈਸਾ ਸੰਗਤ ਦੀ ਸੇਵਾ ਦੇ ਵਿੱਚ ਲਾ ਦਿੰਦਾ ਸੀ। ਇਹਦੀ ਆਪਣੀ ਕੋਈ ਜ਼ਰੂਰਤ ਹੀ ਨਹੀਂ ਸੀ। ਅਜਿਹੇ ਲੋਕਾਂ ਦੀ ਘਾਟ ਹੀ ਪੰਥ ਅੰਦਰ ਅਸਲ ਘਾਟ ਹੈ, ਜੋ ਹਰ ਹਾਲ ਦੇ ਵਿੱਚ ਸ਼ੁਕਰ ਦੀ ਭਾਵਨਾ ਦੇ ਵਿੱਚ ਰਹਿਣ ਵਾਲੇ ਹੋਣ। ਇਹ ਸਿੰਘ ਦਾ ਜੀਵਨ ਬਿਲਕੁਲ ਆਮ ਕਹਾਣੀ ਵਾਂਗ ਹੈ। ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਸੀ। ਉਹਦੇ ਨਾਲ ਕਈ ਵਾਰ ਮੇਲ ਹੋਇਆ। ਇੱਕ ਵਾਰ ਸਾਡੇ ਨਾਲ ਦੇ ਇੱਕ ਸਿੰਘ ਨੇ ਉਹਨੂੰ ਪੁੱਛਿਆ, ਬਾਬਾ ਤੇਰੀ ਕੀ ਇੱਛਾ ਹੈ? ਉਹ ਬੜੀ ਹੈਰਾਨੀ ਦੇ ਨਾਲ ਅਤੇ ਔਖ ਮਹਿਸੂਸ ਕਰਦਿਆਂ ਕਹਿਣ ਲੱਗਾ, ਮੈਨੂੰ ਨਹੀਂ ਪਤਾ, ਕੋਈ ਇੱਛਾ ਨਹੀਂ ਮੇਰੀ। ਉਹ ਸਿੰਘ ਮੋੜ ਕੇ ਕਹਿਣ ਲੱਗਾ ਕਿ ਨਹੀਂ ਬਾਬਾ, ਮੇਰਾ ਮਤਲਬ ਹੈ ਕਿ ਤੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦਾ ਹੈ? ਤੂੰ ਸਾਰੀ ਉਮਰ ਸੇਵਾ ਪਰਉਪਕਾਰ ਕੀਤਾ, ਕੋਈ ਦੁਆ ਵੀ ਤੇ ਮੰਗਦਾ ਹੋਵੇਗਾ। ਉਹ ਸਵਾਲ ਸੁਣ ਕੇ ਪੁਚਲਾ ਜਿਹਾ ਗਿਆ। ਉਹ ਸ਼ਰਧਾ ਭਾਵਨਾ ਵਾਲਾ ਬੰਦਾ ਸੀ। ਉਹਦੇ ਲਈ ਇਹ ਗੱਲ ਬਹੁਤ ਮੁਸ਼ਕਲ ਸੀ ਕਿ ਉਹ ਕੀ ਕਹੇ। ਸਾਨੂੰ ਉਹ ਪੰਥ ਦੇ ਸਿਪਾਹੀ ਸਮਝਦਾ ਸੀ। ਉਸ ਹਿਸਾਬ ਦੇ ਨਾਲ ਉਹਨੂੰ ਸੱਚ ਕਹਿਣਾ ਪੈਣਾ ਸੀ, ਪਰ ਉਹ ਜੋ ਮੰਗਦਾ ਸੀ ਉਹ ਉਹਦੇ ਲਈ ਨਿੱਜੀ ਅਤੇ ਬਹੁਤ ਕੀਮਤੀ ਸ਼ੈ ਸੀ ਜੋ ਕਿਸੇ ਨਾਲ ਸਾਂਝੀ ਨਹੀਂ ਹੋ ਸਕਦੀ ਸੀ। ਉਹ ਦੁਆ ਗੁਰੂ ਤੋਂ ਮੰਗਦਾ ਸੀ ਤੇ ਸਾਨੂੰ ਗੁਰੂ ਦੇ ਰਾਹ ਤੁਰਨ ਵਾਲੇ ਮੰਨਦਾ ਸੀ। ਇਸੇ ਕਰਕੇ ਉਹਨੇ ਬਹੁਤ ਗੰਭੀਰ ਹੋ ਕੇ ਕਿਹਾ ਕਿ ਮੈਂ ਕੁਝ ਨਹੀਂ ਮੰਗਿਆ, ਬਸ ਜੋ ਠੀਕ ਹੈ ਸਭ ਠੀਕ ਹੈ ਜੋ ਕਰਦਾ ਹੈ। ਉਹ ਕੁਝ ਸਮਾਂ ਚੁੱਪ ਰਿਹਾ ਤੇ ਫਿਰ ਡੂੰਘੇ ਸਹਿਜ ਦੇ ਵਿੱਚ ਬੋਲਿਆ, ਉਹਦਾ ਸ਼ੁਕਰ ਹੀ ਨਹੀਂ ਕੀਤਾ ਜਾਂਦਾ, ਫਿਰ ਉਹ ਹੋਰ ਕੀ ਹੋਣਾ ਹੈ। ਮੈਨੂੰ ਉਹਦੇ ਇਹ ਬੋਲ ਅੱਜ ਵੀ ਯਾਦ ਹਨ। ਉਹਦੀ ਆਵਾਜ਼ ਉਵੇਂ ਸੁਣਦੀ ਏ। ਉਹਦੇ ਸੰਘਰਸ਼ ਵਿੱਚ ਚਲੇ ਜਾਣ ਤੋਂ ਬਾਅਦ ਅਜੋਕੇ ਹਾਲਾਤ ਵਿੱਚ ਉਹਦੇ ਇੰਨੇ ਸਾਦੇ ਜਿਹੇ ਬੋਲਾਂ ਦੀ ਡੂੰਘਾਈ ਬਾਰੇ ਬਹੁਤ ਕੁਝ ਮਹਿਸੂਸ ਹੁੰਦਾ ਹੈ ਕਿ ਸਾਡੀ ਉਹ ਸ਼ੁਕਰ ਦੀ ਭਾਵਨਾ ਕਿੱਥੇ ਗਈ ਜੋ ਵੱਡੇ ਘੱਲੂਘਾਰੇ ਦੀ ਸ਼ਾਮ ਨੂੰ ਇਤਿਹਾਸ ਵਿੱਚ ਸੰਜੋਈ ਗਈ। ਉਹ ਆਪਣੀ ਫਿਤਰਤ ਅਨੁਸਾਰ ਹਰ ਕਿਸੇ ਦੀ ਸੇਵਾ ਸੰਭਾਲ ਕਰਦਾ ਸੀ। ਮਨੁੱਖਤਾ ਦੇ ਕਿਸੇ ਕੜੇ ਬਖਰੇਵੇਂ ਨੂੰ ਉਹ ਜਾਣਦਾ ਹੀ ਨਹੀਂ ਸੀ। ਉਹ ਤਾਂ ਜਾਨਵਰਾਂ ਅਤੇ ਪੌਦਿਆਂ ਨੂੰ ਵੀ ਉਵੇਂ ਹੀ ਪਿਆਰ ਕਰਦਾ ਸੀ। ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਿੰਘ ਲੋੜ ਵੇਲੇ ਉੱਥੇ ਠਹਿਰਦੇ ਸਨ। ਉਹ ਸਭ ਦੀ ਉਸੇ ਤਰ੍ਹਾਂ ਭਾਵਨਾ ਦੇ ਨਾਲ ਸੇਵਾ ਕਰਦਾ ਸੀ। ਪੁਲਿਸ ਨੇ ਉਹਨੂੰ ਬਹੁਤ ਵਾਰ ਕੁੱਟਿਆ ਅਤੇ ਜਲੀਲ ਕੀਤਾ ਸੀ, ਪਰ ਉਹ ਆਪਣੀ ਆਦਤ ਨਹੀਂ ਬਦਲਦਾ ਸੀ। ਉਹ ਆਪਣੇ ਉੱਤੇ ਤਸ਼ੱਦਦ ਕਰਨ ਵਾਲਿਆਂ ਲਈ ਵੀ ਉਹੀ ਭਾਵਨਾ ਰੱਖਦਾ ਸੀ। ਕਈ ਵਾਰ ਉਹਨੂੰ ਕਈ ਹਫ਼ਤੇ ਪੁਲਿਸ ਵਾਲੇ ਥਾਣਿਆਂ ਦੇ ਵਿੱਚ ਬੰਦ ਰੱਖਦੇ, ਪਰ ਹੌਲੀ ਹੌਲੀ ਉਹ ਕੁੱਟਦੇ ਹੱਫ ਵੀ ਜਾਂਦੇ ਅਤੇ ਉਹਦੀ ਫਕੀਰੀ ਵੇਖ ਕੇ ਆਪੇ ਛੱਡ ਦਿੰਦੇ। ਆਖਰੀ ਵਾਰ ਉਹਨੂੰ CRPF ਲੈ ਕੇ ਗਈ, ਫਿਰ ਉਹਦਾ ਕੋਈ ਥੋ ਪਤਾ ਨਾ ਲੱਗਿਆ। ਅਗਲੀ ਘਟਨਾ ਹੈ ਜੋ ਬਹੁਤ ਹੀ ਧਿਆਨ ਦੇ ਕੇ ਸੁਣਨ ਵਾਲੀ ਹੈ। ਜ਼ਰੂਰ ਧਿਆਨ ਦੇ ਕੇ ਸੁਣਿਓ। ਕਾਰ ਸੇਵਾ ਵਾਲੇ ਬਾਬਾ ਜੀ। ਇਹ ਵਕਤ 1987-88 ਦਾ ਸੀ, ਜਦੋਂ ਅਸੀਂ ਚੰਡੀਗੜ੍ਹ ਮੋਹਾਲੀ ਦੇ ਆਲੇ ਦੁਆਲੇ ਕਾਫੀ ਸਰਗਰਮ ਸਾਂ। ਇੱਥੇ ਚਰਨਜੀਤ ਸਿੰਘ ਤਲਵੰਡੀ, ਅਵਤਾਰ ਸਿੰਘ ਦਾਊ ਮਾਜਰਾ, ਹਰਜਿੰਦਰ ਸਿੰਘ ਜੈਂਦਾ ਅਤੇ ਜਨਰਲ ਲਾਭ ਸਿੰਘ ਮੁਖੀ KCF ਦੀਆਂ ਕਾਫੀ 18 ਸਨ। ਇਹਨਾਂ 18 ਵਿੱਚੋਂ ਬਹੁਤਿਆਂ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਜੀ ਹੀ ਕਰਦੇ ਸਨ। ਸ਼ੁਰੂ ਵਿੱਚ ਸਾਨੂੰ ਭਾਈ ਗੁਰਦੇਵ ਸਿੰਘ ਸਤੀਆ ਵਾਲਾ, KCF ਭਾਈ ਗੁਰਜੀਤ ਸਿੰਘ ਫੈਡਰੇਸ਼ਨ ਪ੍ਰਧਾਨ ਹੋਰਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਮਿਲਵਾਇਆ। ਉਹਨਾਂ ਵਿੱਚੋਂ ਇੱਕ ਸਿੰਘ ਬਹੁਤ ਨਿਮਰ ਅਤੇ ਮਿੱਠੇ ਸੁਭਾਅ ਵਾਲਾ ਸੀ। ਉਹਦਾ ਮੋਹਾਲੀ ਦੀਆਂ ਸੰਗਤਾਂ ਵਿੱਚ ਕਾਫੀ ਮਾਣ ਸਨਮਾਨ ਸੀ। ਮੈਨੂੰ ਹੁਣ ਉਹ ਸਿੰਘ ਦਾ ਨਾਂ ਤਾਂ ਚੰਗੀ ਤਰ੍ਹਾਂ ਯਾਦ ਨਹੀਂ ਹੈ। ਪਹਿਲਾਂ ਵੀ ਸਾਡੇ ਵਿੱਚੋਂ ਬਹੁਤਿਆਂ ਨੂੰ ਉਹਦਾ ਪੂਰਾ ਨਾਂ ਪਤਾ ਨਹੀਂ ਸੀ। ਸਾਡੇ ਵਿੱਚੋਂ ਸ਼ਾਇਦ ਕੋਈ ਉਹਦਾ ਪੂਰਾ ਨਾਂ ਲੈ ਕੇ ਬੁਲਾਉਂਦਾ ਹੋਵੇ। ਅਸੀਂ ਉਹਨੂੰ ਬਾਬਾ ਜੀ ਦੇ ਨਾਲ ਹੀ ਜਾਣਦੇ ਸਨ, ਇਸੇ ਨਾਂ ਨਾਲ ਹੀ ਬੁਲਾਉਂਦੇ ਸਾਂ। ਇਸ ਗੱਲ ਦਾ ਉਹਨੂੰ ਵੀ ਫਾਇਦਾ ਸੀ ਕਿ ਉਹਦਾ ਕੋਈ ਨਾਂ ਨਹੀਂ ਜਾਣਦਾ। ਨਾ ਪੁੱਛਣਾ ਅਤੇ ਨਾ ਯਾਦ ਰੱਖਣਾ ਭਗੌੜੇ ਜੀਵਨ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ, ਪਰ ਲਹਿਰ ਦੇ ਪੇਤ ਨੂੰ ਸਾਂਭਣ ਦੇ ਨੁਕਤੇ ਤੋਂ ਮਿਲਣ ਵਾਲੇ ਲੋਕਾਂ ਨੂੰ ਨਾ ਪਤਾ ਜਿੰਨਾ ਘੱਟ ਪੁੱਛਿਆ ਜਾਵੇ ਉਨਾ ਹੀ ਭਲਾ ਹੁੰਦਾ ਹੈ।
ਸੰਘਰਸ਼ਾਂ ਵਿੱਚ ਜਾਣਕਾਰੀ ਜਾਣ ਤੋਂ ਵੀ ਕੀਮਤੀ ਹੁੰਦੀ ਹੈ। ਉਸ ਬਾਬੇ ਦੇ ਪਿਛੋਕੜ ਬਾਰੇ ਸਾਨੂੰ ਇਹੋ ਪਤਾ ਸੀ ਕਿ ਉਹਦਾ ਪਿਛੋਕੜ ਯੂਪੀ ਦਾ ਸੀ। ਉਹ ਛੋਟੇ ਹੁੰਦੇ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਹਿੰਦਾ ਸੀ। ਉਹ ਦਿਨ ਰਾਤ ਸੇਵਾ ਕਰਦਾ ਰਹਿੰਦਾ ਸੀ। ਅਸੀਂ ਜਦ ਵੀ ਮਿਲਣਾ ਉਹਦੇ ਗਲ ਉਹੀ ਚੋਲਾ ਅਤੇ ਬਾਕੀ ਸਭ ਕੁਝ ਉਵੇਂ ਹੀ ਹੋਣਾ। ਉਹਦੀ ਉਹੀ ਤੋਰ ਅਤੇ ਹਸੂ ਹਸੂ ਕਰਦਾ ਚਿਹਰਾ। ਉਹ ਨਿੱਕੀਆਂ ਨਿੱਕੀਆਂ ਗੱਲਾਂ ਸੁਣਾ ਕੇ ਸਭ ਦਾ ਦਿਲ ਲਾਈ ਰੱਖਦਾ ਸੀ। ਅਸਲ ਵਿੱਚ ਇੱਥੇ ਆਲੇ ਦੁਆਲੇ ਸਾਰੇ ਸਿੰਘਾਂ ਦੇ ਲਈ ਠਾਰਾਂ ਦਾ ਪ੍ਰਬੰਧ ਉਹੀ ਬਾਬਾ ਕਰਦਾ ਸੀ। ਸਾਡਾ ਸਮਾਨ ਵੀ ਉਹੀ ਸਾਂਭਦਾ ਸੀ। ਉਹ ਬੜੇ ਚਾਅ ਦੇ ਨਾਲ ਸਾਡੇ ਲਈ ਵਧੀਆ ਕਿਸਮ ਅਤੇ ਅੱਛੇ ਨਮੂਨੇ ਦੇ ਕੱਪੜੇ, ਲੋਈਆਂ ਆਦਿ ਦਾ ਪ੍ਰਬੰਧ ਵੀ ਕਰਦਾ ਸੀ। ਮੋਹਾਲੀ ਵਿੱਚ ਅਤੇ ਆਲੇ ਦੁਆਲੇ ਉਹਨੇ ਸਾਡੇ ਲਈ ਇੰਨੀਆਂ ਠਾਰਾਂ ਬਣਾਈਆਂ ਸਨ ਕਿ ਸਾਰੀਆਂ ਥਾਵਾਂ ਇੱਕ ਬੰਦੇ ਨੂੰ ਯਾਦ ਵੀ ਨਾ ਰਹਿਣ। ਇਹ ਸਭ ਪ੍ਰਬੰਧ ਉਹਦੇ ਸੁਭਾਅ ਅਤੇ ਸੰਗਤਾਂ ਵਿੱਚ ਬਣੀ ਹੋਈ ਇੱਜ਼ਤ ਸਦਕਾ ਹੀ ਸੀ ਅਤੇ ਉਹ ਬੰਦਿਆਂ ਦੀਆਂ ਭਾਵਨਾਵਾਂ ਚੰਗੀ ਤਰ੍ਹਾਂ ਦੇ ਨਾਲ ਸਮਝਦਾ ਸੀ। ਇਸ ਕਰਕੇ ਉਹਨੂੰ ਕਿਸੇ ਥਾਂ ਤੋਂ ਨਾ ਨਹੀਂ ਸੀ ਹੁੰਦੀ। ਉਹ ਸਾਡੇ ਸਾਰਿਆਂ ਦੇ ਸਹੀ ਨਾਂ ਜਾਣਦਾ ਸੀ, ਪਰ ਉਹ 18 ਵਾਲਿਆਂ ਨੂੰ ਮਿਲਾਉਣ ਵੇਲੇ ਕਦੇ ਕਿਸੇ ਦਾ ਨਾਂ ਦੱਸਦਾ ਨਹੀਂ ਸੀ। ਜੇ ਕਈ ਵਾਰ ਕੋਈ ਪਰਿਵਾਰ ਵਾਲਾ ਇੱਛਾ ਵੀ ਕਰਦਾ ਤਾਂ ਵੀ ਉਹਦੇ ਸਦਾ ਹੀ ਕੁਝ ਪੱਕੇ ਜਵਾਬ ਹੁੰਦੇ ਸਨ ਕਿ ਸਿਮਰਨ ਵਾਲਾ ਸਿੰਘ ਇਹ ਚੜ੍ਹਦੀ ਕਲਾ ਵਾਲਾ ਸਿੰਘ ਹੈ, ਇਹ ਪੰਥ ਦਾ ਸਰਮਾਇਆ ਹਨ, ਇਹ ਪੰਥ ਦੀ ਸ਼ਾਨ ਹਨ, ਇਹ ਗੁਰੂ ਦੇ ਲਾਡਲੇ ਹਨ। ਇਹ ਗੱਲਾਂ ਸੋਚ ਕੇ ਨਹੀਂ ਕਹਿੰਦਾ ਸੀ, ਸਗੋਂ ਦਿਲੋਂ ਕਹਿੰਦਾ ਸੀ। ਉਹਦੇ ਬੋਲਾਂ ਦਾ ਅਗਲੇ ਬੰਦੇ ਉੱਤੇ ਇਹੋ ਜਿਹਾ ਅਸਰ ਪੈਂਦਾ ਸੀ ਕਿ ਮੁੜ ਕਦੀ ਕੋਈ ਸਾਡੇ ਨਾ ਜਾਣਨ ਦੀ ਇੱਛਾ ਹੀ ਨਾ ਕਰਦਾ। ਸਾਲ ਤੋਂ ਬਾਅਦ ਸਮਾਂ ਇਵੇਂ ਚੱਲਦਾ ਰਿਹਾ। ਚੰਡੀਗੜ੍ਹ ਵਿੱਚ ਹੋਈਆਂ ਵਾਰਦਾਤਾਂ ਕਰਕੇ ਕਈ ਅਜਿਹੇ ਮੌਕੇ ਬਣ ਗਏ ਜਿਸ ਕਰਕੇ ਸਰਕਾਰ ਦੇ ਕੰਨ ਅੱਖ ਬਣੇ ਖੂਫੀਆ ਮਹਿਕਮੇ ਬਹੁਤ ਚੁਕੰਨੇ ਹੋ ਗਏ। ਕੁਝ ਸਮੇਂ ਬਾਅਦ ਪਤਾ ਨਹੀਂ ਕਿਸ ਤਰ੍ਹਾਂ ਕਿਹੜੇ ਸੁਰਾਗ ਨਾਲ ਉਹ ਬਾਬੇ ਨੂੰ ਕਿਸੇ ਖੂਫੀਆ ਮਹਿਕਮੇ ਨੇ ਚੁੱਕ ਲਿਆ। ਉਹਦੀ ਖੂਫੀਆ ਮਹਿਕਮੇ ਵੱਲੋਂ ਚੁੱਕਿਆ ਜਾਣਾ ਇਹ ਗੱਲ ਦਾ ਸਬੂਤ ਸੀ ਕਿ ਕਿਸੇ ਨੇ ਬਹੁਤ ਪੱਕੀ ਖਬਰ ਦਿੱਤੀ ਹੈ। ਪੁਲਿਸ ਅਤੇ ਖੂਫੀਆ ਮਹਿਕਮੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਸ਼ਾਇਦ ਆਈਵੀ ਨੇ ਚੁੱਕਿਆ ਸੀ। ਜਿਵੇਂ ਜਿਵੇਂ ਸਾਰਿਆਂ ਨੂੰ ਪਤਾ ਲੱਗਿਆ ਅਸੀਂ ਸਭ ਨੇ ਉਹਨਾਂ 18 ਉੱਤੇ ਜਾਣਾ ਬੰਦ ਕਰ ਦਿੱਤਾ ਜਿਹੜੀਆਂ ਉਸ ਬਾਬੇ ਨੇ ਬਣਾਈਆਂ ਸਨ। ਸਾਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੇ ਕਾਰ ਜਾਂ ਬੰਦੇ ਨੂੰ ਮਹਿਕਮੇ ਨੇ ਆਪਣੀ ਪਕੜ ਵਿੱਚ ਲੈ ਲਿਆ ਹੋਵੇ ਅਤੇ ਸਾਡੇ ਲਈ ਜਾਲ ਵਿਛਾਇਆ ਹੋਵੇ। ਇਹ ਕਿਸੇ 'ਤੇ ਸ਼ੱਕ ਕਰਨ ਵਾਲੀ ਗੱਲ ਨਹੀਂ ਸੀ, ਸਗੋਂ ਲੋਕਮੀ ਜੰਗ ਦਾ ਇਹੋ ਪੈਂਤੜਾ ਹੁੰਦਾ ਏ। ਕੋਈ ਵੀ ਠਾਰ ਜੋ ਹੋਰ ਕਿਸੇ ਨਾਲ ਸਾਂਝੀ ਹੈ ਤਾਂ ਅਗਲੇ ਦੇ ਫੜੇ ਜਾਣ ਉੱਤੇ ਇਹੋ ਸਹੀ ਤਰੀਕਾ ਹੁੰਦਾ ਹੈ ਕਿ ਉੱਥੇ ਨਾ ਜਾਣਾ ਹੀ ਭਲਾ ਹੈ। ਸਾਡੀ ਜਾਣਕਾਰੀ ਮੁਤਾਬਕ ਉਹਨੇ ਕੁਝ ਠਾਰਾਂ ਦਾ ਪਤਾ ਵੀ ਦੱਸਿਆ ਅਤੇ ਕੁਝ ਹਥਿਆਰ ਵੀ ਦਿੱਤੇ। ਉਹ ਸਿੰਘ ਦੇ ਫੜੇ ਜਾਣ ਤੋਂ ਬਾਅਦ ਜਾਣਨ ਵਾਲੀ ਗੱਲ ਇਹੋ ਹੈ ਕਿ ਸਾਨੂੰ ਕਈ ਸਿੰਘਾਂ ਨੇ ਆ ਕੇ ਕਈ ਵਾਰ ਦੱਸਣਾ ਕਿ ਅੱਜ ਅਸੀਂ ਬਾਬੇ ਨੂੰ ਫਲਾਣੇ ਚੌਂਕ ਵਿੱਚ ਜਾਂ ਅੱਜ ਅਸੀਂ ਫਲਾਣੇ ਗੁਰਦੁਆਰਾ ਸਾਹਿਬ ਅੱਗੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਵੇਖਿਆ ਸੀ। ਸਾਨੂੰ ਇਹ ਗੱਲ ਕਈ ਵਾਰ 18 ਵਾਲਿਆਂ ਨੇ ਵੀ ਦੱਸੀ ਜੋ ਆਪਣੇ ਵੱਲੋਂ ਸੁਚੇਤ ਕਰਨ ਦੇ ਲਈ ਦੱਸਣ ਆਏ ਸਨ। ਉਹ ਬਾਬਾ ਵੀ 18 ਵਾਲਿਆਂ ਨੂੰ ਦੇਖ ਕੇ ਟਾਲਾ ਨਹੀਂ ਵੜਦਾ ਸੀ, ਸਗੋਂ ਉਹਨਾਂ ਨੂੰ ਉਸ ਤਰ੍ਹਾਂ ਮਿਲਦਾ ਜਿਵੇਂ ਉਹਨੂੰ ਕੁਝ ਵੀ ਨਾ ਹੋਇਆ ਹੋਵੇ, ਪਰ ਉਹਦਾ ਸਭ ਦੇ ਮਨਾਂ ਵਿੱਚ ਵਸਿਆ ਹੱਸਦਾ ਚਿਹਰਾ ਸਭ ਨੇ ਸ਼ਾਂਤ ਵੇਖਿਆ ਸੀ। ਇਸ ਤਰ੍ਹਾਂ ਨਾਲ ਅਗਲੇ ਨੂੰ ਇੱਕ ਸੁਨੇਹਾ ਮਿਲ ਜਾਂਦਾ ਸੀ ਜੋ ਉਹ ਬਿਨਾਂ ਕਹੇ ਦੇਣਾ ਚਾਹੁੰਦਾ ਸੀ। ਅਜਿਹੇ ਮੌਕਿਆਂ ਉੱਤੇ ਦੂਜੇ ਨੂੰ ਕੁਝ ਮਹਿਸੂਸ ਕਰਾ ਦੇਣਾ ਵੀ ਸੁਨੇਹਾ ਦੇਣ ਦਾ ਸਭ ਤੋਂ ਬਿਹਤਰ ਤਰੀਕਾ ਹੁੰਦਾ ਹੈ। 18 ਵਾਲੇ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਉਹਦੇ ਨਾਲ ਹੁੰਦੇ ਓਪਰੇ ਬੰਦਿਆਂ ਨੂੰ ਪਛਾਣ ਨਹੀਂ ਸਕਦੇ ਸਨ, ਕਿਉਂਕਿ ਉਹ ਬਾਬਾ ਜੀ ਨਾਲ ਸਾਡੇ ਸਿੰਘਾਂ ਨੂੰ ਵੇਖਣ ਦੇ ਆਦੀ ਸਨ। ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਹਕੂਮਤ ਦੇ ਬੰਦਿਆਂ ਦੀ ਕੈਦ ਦੇ ਵਿੱਚ ਹਨ, ਕਿਉਂਕਿ ਆਮ ਲੋਕਾਂ ਲਈ ਉਸ ਵੇਲੇ ਤੱਕ ਪੁਲਿਸ ਹੀ ਸਰਕਾਰੀ ਗ੍ਰਿਫਤਾਰੀ ਦਾ ਮਹਿਕਮਾ ਸੀ। ਬਾਬਾ ਜੀ ਲਹਿਰ ਦੇ 20-25 ਬਹੁਤ ਅਹਿਮ ਸਿੰਘਾਂ ਨੂੰ ਜਾਣਦਾ ਸੀ ਅਤੇ ਕਈਆਂ ਦੀਆਂ ਪੱਕੀਆਂ 18 ਵੀ ਜਾਣਦਾ ਸੀ, ਪਰ ਕਿਸੇ ਵੀ ਸਿੰਘ ਦਾ ਨੁਕਸਾਨ ਨਹੀਂ ਕਰਵਾਇਆ। ਇਸੇ ਕਰਕੇ ਸਾਡਾ ਉਹਨਾਂ ਬਾਰੇ ਇਹੋ ਅੰਦਾਜ਼ਾ ਬਣਿਆ ਕਿ ਉਹਨਾਂ ਨੇ ਅਖੀਰ ਤੱਕ ਪੰਥ ਨਾਲ ਵਫਾ ਪਾਲੀ। ਸਾਡੇ ਸਾਰਿਆਂ ਵਿੱਚੋਂ ਆਖਰੀ ਵਾਰ ਉਹਨਾਂ ਨੂੰ ਬਾਪੂ ਮਲਕੀਤ ਸਿੰਘ ਰਾਜਸਥਾਨੀ KCF ਹੋਰਾਂ ਨੇ ਹਰੀਕੇ ਪਤਨ 'ਤੇ ਵੇਖਿਆ ਸੀ। ਉਹਨਾਂ ਵੇਲਿਆਂ ਵਿੱਚ ਅਹਿਮ ਥਾਵਾਂ ਅਤੇ ਸੜਕਾਂ ਉੱਤੇ ਪੁਲਿਸ ਅਤੇ ਫੌਜ ਦੀ ਤਲਾਸ਼ੀ ਅਚਾਨਕ ਹੁੰਦੀ ਸੀ, ਜਿੱਥੇ ਇੱਕ ਗੱਡੀ ਕਾਲੇ ਸ਼ੀਸ਼ਿਆਂ ਵਾਲੀ ਹੁੰਦੀ ਸੀ। ਬੱਸਾਂ ਅੱਡਿਆਂ ਦੀਆਂ ਸਵਾਰੀਆਂ ਸਮੇਤ ਹਰ ਰਾਹਗੀਰ ਨੂੰ ਉਸ ਗੱਡੀ ਦੇ ਅੱਗੇ ਦੀ ਲੰਘਣਾ ਪੈਂਦਾ ਸੀ। ਉਸ ਦਿਨ ਬਾਪੂ ਮਲਕੀਤ ਸਿੰਘ ਹੋਣੀ ਟਰੱਕ ਵੀ ਸਨ। ਉਹਨਾਂ ਨੇ ਬਾਬਾ ਜੀ ਨੂੰ CRPF ਵਾਲਿਆਂ ਦੇ ਵਿਚਕਾਰ ਉਹਨਾਂ ਦੀ ਵਰਦੀ ਵਿੱਚ ਵੇਖਿਆ। ਬਹੁਤ ਲੰਮੀ ਕਤਾਰ ਲੱਗੀ ਸੀ। ਉਹਨਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਸੀ। ਜਦੋਂ ਨਜ਼ਰਾਂ ਮਿਲੀਆਂ ਤਾਂ ਬਾਪੂ ਮਲਕੀਤ ਸਿੰਘ ਨੇ ਵੇਖਿਆ ਕਿ ਬਾਬੇ ਦੀਆਂ ਅੱਖਾਂ ਨਮ ਹੋ ਗਈਆਂ, ਪਰ ਉਸੇ ਤਰ੍ਹਾਂ ਸਾਦਗੀ ਨਾਲ ਖੜਾ ਰਿਹਾ। ਜਦੋਂ ਉਹਨਾਂ ਦੀ ਪਛਾਣ ਦੀ ਬਾਰੀ ਲੰਘ ਗਈ, ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਉਸ ਵੇਲੇ CRPF ਵਾਲਿਆਂ ਨੇ ਬਾਬਾ ਜੀ ਦੇ ਕੇਸ ਕਤਲ ਕੀਤੇ ਹੋਏ ਸਨ। ਇਹ ਗੱਲ 1988 ਦੀ ਹੋਏਗੀ। ਉਸ ਦਿਨ ਤੋਂ ਬਾਅਦ ਸਾਨੂੰ ਕਦੇ ਕੋਈ ਖਬਰ ਨਹੀਂ ਮਿਲੀ। ਜਿਹੜੇ ਸਿੰਘਾਂ ਨੂੰ ਜਾਣਦੇ ਹੋਏ ਵੀ ਉਹਨਾਂ ਕਿਸੇ ਨੂੰ ਫੜਾਇਆ ਨਹੀਂ। ਸ਼ਾਇਦ ਸਰਕਾਰ ਦਾ ਕੋਈ ਲਾਹੇਵੰਦ ਕੰਮ ਨਹੀਂ ਕੀਤਾ।
18 ਵਾਲੇ ਸਿੰਘਾਂ ਦਾ ਵੀ ਬਹੁਤੀ ਵਾਰ ਉਹੀ ਅੰਤ ਹੁੰਦਾ ਸੀ ਜੋ ਜੁਝਾਰੂਆਂ ਦਾ ਹੁੰਦਾ ਸੀ। ਆਖਰ ਉਹਨੂੰ ਸ਼ਹੀਦ ਕਰ ਦਿੱਤਾ ਹੋਏਗਾ। ਉਹ ਸਿੰਘ ਸਾਨੂੰ ਕਈ ਵਾਰ ਯਾਦ ਆਉਂਦਾ ਸੀ। ਅਸੀਂ ਉਹਦੇ ਬਾਰੇ ਗੱਲਾਂ ਕਰਦੇ, ਅਸੀਂ ਉਹਦਾ ਦੇਣ ਕਿਵੇਂ ਦੇ ਸਕਦੇ ਸੀ। ਉਹਦੀ ਕਮਾਈ, ਉਹਦੀ ਸੇਵਾ ਕੋਈ ਖੇਡ ਨਹੀਂ ਸੀ। ਜੋ ਸਾਨੂੰ ਪੰਥ ਦਾ ਸਰਮਾਇਆ ਕਹਿੰਦਾ ਸੀ, ਅਸਲ ਵਿੱਚ ਉਹ ਸਿੰਘ ਸਾਡਾ ਸਰਮਾਇਆ ਸੀ। ਅਸੀਂ ਅਜਿਹੇ ਗੁੰਮਨਾਮ ਸੇਵਾਦਾਰ ਕਰਕੇ ਹੀ ਪੰਥ ਦਾ ਸਰਮਾਇਆ ਬਣੇ, ਕਿਉਂਕਿ ਉਹਨੇ ਆਪਣੀ ਕਮਾਈ ਸਾਦਗੀ ਨਾਲ ਤੋੜ ਨਿਭਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।